ਸਤਿ ਸ਼੍ਰੀ ਅਕਾਲ। ਪੀਐਨਸੀ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਐਲਬਰਟਾ ਤੇ ਸਸਕੈਚੁਅਨ ਨੇ ਕੀਤੇ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੇ ਐਲਾਨ। ਇਸ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਕੀ ਕਿਹਾ ਹੈ, ਤੁਹਾਨੂੰ ਦੱਸਾਂਗੇ। ਇਸ ਸਮੇਂ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਜੋ ਪ੍ਰਦਰਸ਼ਨ ਹੋ ਰਹੇ ਨੇ ਉਹ ਜਾਰੀ ਨੇ। ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕਰਵਾਏ ਜਾ ਰਹੇ ਨੇ ਉਹਨਾਂ ਨੇ ਜਿਹੜੇ ਕਿ ਦੇਸ਼ ਭਰ ਦੇ ਵਿੱਚ ਇਸ ਨੂੰ ਸਮਰਥਨ ਦੇ ਰਹੇ ਨੇ ਉਹਨਾਂ ਦੇ ਲਈ ਕੀ ਸੰਦੇਸ਼ ਜਾਰੀ ਕੀਤਾ ਹੈ, ਤੁਹਾਨੂੰ ਖਬਰਾਂ ਵਿੱਚ ਦੱਸਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੂੰ ਪਾਰਲੀਮੈਂਟ ਦੇ ਵਿੱਚ ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਹੱਲਣ ਨੇ ਮੁੜ ਤੋਂ ਘੇਰਿਆ। ਦੱਸਾਂਗੇ ਕੀ ਪੁੱਛਿਆ ਗਿਆ ਸਵਾਲ ਤੇ ਇਮੀਗ੍ਰੇਸ਼ਨ ਮੰਤਰੀ ਨੇ ਕੀ ਦਿੱਤਾ ਜਵਾਬ। ਓਨਟਾਰੀਓ ਵਿੱਚ ਹੁਣ ਗਰੋਸਰੀ ਸਟੋਰਸ ਦੇ ਉੱਤੇ ਮਿਲਣਗੇ ਰੈਪਿਡ ਟੈਸਟ ਕਿੱਟ। ਪ੍ਰਤੀ ਪਰਿਵਾਰ ਨੂੰ ਇੱਕ ਕਿੱਟ ਮਿਲਿਆ ਕਰੇਗੀ। ਓਟਵਾ ਵਿੱਚ ਹੋ ਰਹੇ ਪ੍ਰਦਰਸ਼ਨ ਸੰਬੰਧੀ ਭਾਰਤ ਦੇ ਨਾਗਰਿਕ ਜੋ ਕੈਨੇਡਾ 'ਚ ਰਹਿ ਰਹੇ ਨੇ ਉਹਨਾਂ ਲਈ ਭਾਰਤੀ ਹਾਈ ਕਮਿਸ਼ਨ ਨੇ ਸੰਦੇਸ਼ ਜਾਰੀ ਕੀਤਾ ਹੈ। ਦੱਸਾਂਗੇ ਕੀ ਕੁਝ ਕਿਹਾ। ਇਸ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੇ ਕਈ ਸੂਬਿਆਂ ਦੇ ਵੱਲੋਂ ਇਸ ਸਮੇਂ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਬਰਟਾ ਵਿੱਚ ਪ੍ਰੀਮੀਅਰ ਜੇਸਨ ਕੈਨੀ ਨੇ ਇਸ ਦੇ ਬਾਰੇ ਜੋ ਐਲਾਨ ਕੀਤਾ, ਸਭ ਤੋਂ ਪਹਿਲਾਂ ਤੁਹਾਨੂੰ ਉਸ ਦੇ ਬਾਰੇ ਦੱਸਦੇ ਹਾਂ। ਅੱਜ ਅੱਧੀ ਰਾਤ ਤੋਂ ਕੈਨੇਡਾ ਦੇ ਸੂਬੇ ਐਲਬਰਟਾ ਦੇ ਵਿੱਚ ਕਈ ਕੋਵਿਡ-19 ਦੀਆਂ ਹਦਾਇਤਾਂ ਹਟਣ ਜਾ ਰਹੀਆਂ ਨੇ। ਐਲਬਰਟਾ ਸਰਕਾਰ ਨੇ ਮੰਗਲਵਾਰ ਨੂੰ ਇਸ ਦੇ ਬਾਰੇ ਐਲਾਨ ਕੀਤਾ, ਜਿਸ ਦੇ ਵਿੱਚ ਪ੍ਰੀਮੀਅਰ ਜੇਸਨ ਕੈਨੀ ਨੇ ਐਲਾਨ ਕਰਦੇ ਹੋਏ ਦੱਸਿਆ ਕਿ 3 ਵੱਖੋ-ਵੱਖਰੇ ਕਦਮ ਹੋਣਗੇ ਜਿਨ੍ਹਾਂ ਦੇ ਰਾਹੀਂ ਇੱਕ ਰਣਨੀਤੀ ਬਣਾਈ ਗਈ ਹੈ, ਜਿਸ ਤਹਿਤ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਇਆ ਜਾਵੇਗਾ। ਵੈਕਸੀਨ ਪਾਸਪੋਰਟ ਦੀ ਹਦਾਇਤ ਨੂੰ ਸਭ ਤੋਂ ਪਹਿਲਾਂ ਹਟਾਇਆ ਜਾ ਰਿਹਾ ਹੈ। ਬੁੱਧਵਾਰ ਦੀ ਸਵੇਰ ਤੋਂ ਐਲਬਰਟਾ ਦੇ ਵਿੱਚ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਨਹੀਂ ਪੁੱਛਿਆ ਜਾਵੇਗਾ। ਇਸ ਦੇ ਨਾਲ ਹੀ ਸੋਮਵਾਰ ਤੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੋਵਿਡ-19 ਦੇ ਕਰਕੇ ਜੋ ਮਾਸਕ ਪਾਉਣੇ ਪੈਂਦੇ ਸੀ ਉਹ ਪਾਉਣੇ ਲਾਜ਼ਮੀ ਨਹੀਂ ਰਹਿਣਗੇ ਤੇ ਨਾਲ ਹੀ 12 ਸਾਲ ਦੀ ਉਮਰ ਤੋਂ ਘੱਟ ਦੇ ਜੋ ਬੱਚੇ ਨੇ ਉਹਨਾਂ ਨੂੰ ਜਨਤਕ ਥਾਵਾਂ ਦੇ ਉੱਤੇ ਮਾਸਕ ਪਾਉਣ ਦੀ ਲੋੜ ਨਹੀਂ ਹੋਵੇਗੀ। ਇਸ ਦੇ ਬਾਰੇ ਪ੍ਰੀਮੀਅਰ ਜੇਸਨ ਕੈਨੀ ਨੇ ਮੰਗਲਵਾਰ ਨੂੰ ਐਲਾਨ ਕੀਤਾ, ਜੋ ਸੂਬੇ ਵਿੱਚ ਇਹਨਾਂ ਹਦਾਇਤਾਂ ਨੂੰ ਹਟਾਇਆ ਜਾ ਰਿਹਾ ਹੈ। ਜਿਹੜੇ ਕਿ ਛੋਟੇ ਵੈਨਿਊ ਨੇ ਉਹਨਾਂ ਤੋਂ ਜੋ ਸੀਮਾ ਰੱਖੀ ਗਈ ਸੀ ਕਿ ਸੀਮਤ ਗਿਣਤੀ ਦੇ ਵਿੱਚ ਹੀ ਲੋਕ ਇਕੱਠੇ ਹੋ ਸਕਦੇ ਨੇ, ਉਸ ਨੂੰ ਹਟਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਲਾਇਬ੍ਰੇਰੀਜ਼ ਵੀ ਸ਼ਾਮਲ ਨੇ ਤੇ ਨਾਲ ਹੀ ਜਿਵੇਂ ਗੁਰੂ ਘਰ, ਮੰਦਿਰ ਤੇ ਹੋਰ ਵੀ ਜੋ ਧਾਰਮਿਕ ਸਥਾਨ ਨੇ ਉਹ ਵੀ ਸ਼ਾਮਲ ਨੇ, ਜਿੱਥੇ ਕਿ 500 ਤੱਕ ਗਿਣਤੀ ਦੇ ਵਿੱਚ ਵਿਅਕਤੀ ਇਕੱਠੇ ਹੋ ਸਕਦੇ ਨੇ ਜਾਂ ਇਸ ਤੋਂ ਘੱਟ, ਉੱਥੇ ਵਾਸਤੇ ਇਸ ਸੀਮਾ ਨੂੰ ਹਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹਨਾਂ ਥਾਵਾਂ ਦੇ ਉੱਤੇ ਜੋ ਭੋਜਨ ਦੇ ਦੇਣ ਤੇ ਨਾਲ ਹੀ ਭੋਜਨ ਖਾਣ ਦੇ ਵਾਸਤੇ ਉੱਤੇ ਬੈਠ ਕੇ ਪਾਬੰਦੀ ਲਗਾਈ ਗਈ ਸੀ, ਉਸ ਨੂੰ ਵੀ ਹਟਾਇਆ ਜਾ ਰਿਹਾ ਹੈ। ਸਿਰਫ ਵੱਡੇ ਵੈਨਿਊ ਜਿੱਥੇ ਕਿ 1000 ਤੱਕ ਵਿਅਕਤੀ ਇਕੱਠੇ ਹੋ ਸਕਦੇ ਨੇ ਉਹਨਾਂ ਲਈ ਹੈ ਕਿ ਉੱਥੇ 500 ਤੱਕ ਹੀ ਹਜੇ ਸੀਮਾ ਰਹੇਗੀ ਕਿ ਵਿਅਕਤੀ ਇਕੱਠੇ ਹੋ ਸਕਦੇ ਨੇ। ਕੁਝ ਇਸ ਤਰ੍ਹਾਂ ਐਲਬਰਟਾ ਦੇ ਵਿੱਚ ਇਹਨਾਂ ਹਦਾਇਤਾਂ ਨੂੰ ਹਟਾਉਣ ਦੇ ਬਾਰੇ ਐਲਾਨ ਕਰ ਦਿੱਤਾ ਗਿਆ। ਤਾਂ ਉਧਰ ਸਸਕੈਚੁਅਨ ਸੂਬੇ ਦੇ ਪ੍ਰੀਮੀਅਰ ਨੇ ਵੀ ਕੁਝ ਅਜਿਹਾ ਹੀ ਐਲਾਨ ਕੀਤਾ ਹੈ, ਜਿੱਥੇ ਕਿ 14 ਫਰਵਰੀ ਤੋਂ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਨਹੀਂ ਦੇਖਿਆ ਜਾਵੇਗਾ। ਕੈਨੇਡਾ ਦੇ ਸੂਬੇ ਸਸਕੈਚੁਅਨ ਨੇ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਸਸਕੈਚੁਅਨ ਸਰਕਾਰ ਨੇ ਇਹ ਐਲਾਨ ਕੀਤਾ, ਜਿਸ ਦੇ ਵਿੱਚ ਰਣਨੀਤੀ ਪੂਰੀ ਦੱਸੀ ਗਈ ਹੈ ਕਿ ਅਗਲੇ ਮਹੀਨੇ ਤੱਕ ਕਿਸ ਤਰ੍ਹਾਂ ਵੱਖੋ-ਵੱਖਰੀਆਂ ਹਦਾਇਤਾਂ ਨੂੰ ਹਟਾ ਦਿੱਤਾ ਜਾਵੇਗਾ। ਖਾਸ ਤੌਰ ਦੇ ਉੱਤੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਜੋ ਦੇਖਿਆ ਜਾਂਦਾ ਹੈ, ਇਸ ਪਾਲਿਸੀ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ ਤੇ ਉਹ ਛੇਤੀ ਨਾਲ ਖਤਮ ਹੋ ਰਹੀ ਹੈ, ਜਿਸ ਦੇ ਬਾਰੇ ਦੱਸਿਆ ਗਿਆ ਕਿ 14 ਫਰਵਰੀ ਨੂੰ ਸਵੇਰੇ 12:01 ਤੋਂ ਬਾਅਦ ਇਹ ਪਾਲਿਸੀ ਖਤਮ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਸੂਬੇ ਦੇ ਵਿੱਚ ਨਹੀਂ ਪੁੱਛਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰੀਮੀਅਰ ਸਕਾਟ ਮੋ ਨੇ ਜਦੋਂ ਐਲਾਨ ਕੀਤਾ ਤਾਂ ਇਹ ਵੀ ਦੱਸਿਆ, ਜੋ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ, ਕਿ ਜਿਹੜਾ ਫਰਵਰੀ ਦੇ ਅੰਤ ਤੱਕ ਮਾਸਕ ਪਾਉਣ ਦੀ ਹਦਾਇਤ ਹੈ ਉਸ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ, ਕਿ ਜੋ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਲਾਜ਼ਮੀ ਹੈ ਕਿ ਮਾਸਕ ਪਾਉਣਾ ਜ਼ਰੂਰੀ ਹੈ ਉਸ ਨੂੰ ਵੀ ਹਟਾ ਦਿੱਤਾ ਜਾਵੇਗਾ। ਸਸਕੈਚੁਅਨ ਸੂਬੇ ਨੇ ਇਹ ਐਲਾਨ ਕੀਤੇ ਨੇ। ਪਰ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜੋ QR ਕੋਡ ਨੇ ਤੇ ਨਾਲ ਹੀ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਉਸ ਸਮੇਂ ਦਿੱਤਾ ਜਾਂਦਾ ਹੈ ਜਦੋਂ ਟੀਕੇ ਲਗਵਾਉਂਦੇ ਹੋ, ਤਾਂ ਉਹ ਉਸੇ ਤਰ੍ਹਾਂ ਦਿੱਤਾ ਜਾਣਾ ਜਾਰੀ ਵੀ ਰਹੇਗਾ, ਕਿਉਂ ਜੋ ਟਰੈਵਲ ਕੀਤਾ ਜਾਣਾ ਕਿਸੇ ਦੇ ਵੱਲੋਂ ਜਾਂ ਫਿਰ ਹੋਰ ਦੇਸ਼ ਵਿੱਚ, ਹੋਰ ਸੂਬੇ ਵਿੱਚ, ਉੱਥੋਂ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਜੇਕਰ ਕੋਵਿਡ-19 ਦੇ ਟੀਕੇ ਦਾ ਸਬੂਤ ਦਿਖਾਉਣ ਦੀ ਲੋੜ ਪੈਂਦੀ ਹੈ ਤਾਂ ਉਸ ਦੇ ਉੱਤੇ ਉਸੇ ਤਰ੍ਹਾਂ ਅਮਲ ਕੀਤਾ ਜਾਵੇਗਾ। ਪਰ ਸੂਬੇ ਦੇ ਵਿੱਚ ਇਸ ਪਾਲਿਸੀ ਨੂੰ ਫਰਵਰੀ 14 ਤੋਂ ਰੱਦ ਕੀਤਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਨਾ ਸੂਬਿਆਂ ਦੇ ਵੱਲੋਂ ਕੋਵਿਡ ਹਦਾਇਤਾਂ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ, ਤਾਂ ਇਸੇ ਤਰਜ਼ ਦੇ ਉੱਤੇ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੂੰ ਪੁੱਛਿਆ ਗਿਆ ਕਿ ਕੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਕੋਵਿਡ-19 ਦੀਆਂ ਹਦਾਇਤਾਂ ਕੁਝ ਇਸ ਤਰ੍ਹਾਂ ਹਟਾ ਦਿੱਤੀਆਂ ਜਾਣਗੀਆਂ, ਤਾਂ ਇਸ ਦੇ ਉੱਤੇ ਪ੍ਰੀਮੀਅਰ ਜੌਨ ਹੌਰਗਨ ਦਾ ਜਵਾਬ ਸੀ ਕਿ ਜਿਸ ਤਰ੍ਹਾਂ
ਜੋ ਸਿਹਤ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਲਾਹ ਦਿੱਤੀ ਜਾਵੇਗੀ, ਉਸ ਮੁਤਾਬਕ ਹਦਾਇਤਾਂ ਹਟਾਉਣ ਦੇ ਬਾਰੇ ਫੈਸਲਾ ਲਿਆ ਜਾਵੇਗਾ। ਹਜੇ ਇੱਕਦਮ ਹਦਾਇਤਾਂ ਹਟਾਉਣ ਦੇ ਬਾਰੇ ਨਹੀਂ ਕਿਹਾ ਜਾਵੇਗਾ। ਤਾਂ ਦੂਜੇ ਪਾਸੇ ਕੁਝ ਦਿਨ ਪਹਿਲਾਂ ਉੱਚ ਸਿਹਤ ਅਧਿਕਾਰੀ ਬੋਨੀ ਹੈਨਰੀ ਨੇ ਜੋ ਉਹ ਇਸ ਦੇ ਬਾਰੇ ਬਿਆਨ ਦੇ ਚੁੱਕੇ ਨੇ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਇਆ ਜਾ ਸਕਦਾ ਹੈ, ਜਿਸ ਦੇ ਸੰਕੇਤ ਸਾਹਮਣੇ ਆਉਣੇ ਪਹਿਲਾਂ ਤੋਂ ਸ਼ੁਰੂ ਹੋ ਗਏ ਨੇ। ਇਸ ਸਮੇਂ ਜੋ ਹਾਲਾਤ ਨੇ ਬ੍ਰਿਟਿਸ਼ ਕੋਲੰਬੀਆ ਵਿੱਚ, ਜੋ ਤਾਜ਼ਾ ਅੰਕੜੇ ਕੋਵਿਡ-19 ਨਾਲ ਸੰਬੰਧਿਤ ਦੱਸੇ ਗਏ, ਕੋਵਿਡ-19 ਦੇ ਕਰਕੇ ਇੱਕ ਵੀ ਵਿਅਕਤੀ ਦੀ ਹੁਣ ਮੌਤ ਨਹੀਂ ਹੋਈ ਹੈ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ, ਜਿਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਉੱਤੇ ਅੱਗੇ ਜੇਕਰ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸਾਨੂੰ ਦੱਸਾਂਗੇ। ਇੱਕ ਪਾਸੇ ਸੂਬੇ ਨਾਲ ਹਦਾਇਤਾਂ ਨੂੰ ਹਟਾ ਰਹੇ ਨੇ ਤਾਂ ਨਾਲ ਹੀ ਅਧਿਕਾਰੀਆਂ ਦੇ ਵੱਲੋਂ ਇਹ ਸਾਫ਼ ਕੀਤਾ ਜਾ ਰਿਹਾ ਹੈ ਕਿ ਉਹ ਹਦਾਇਤਾਂ ਇਸ ਕਰਕੇ ਨਹੀਂ ਹਟਾ ਰਹੇ ਕਿ ਇਹ ਪ੍ਰਦਰਸ਼ਨ ਇਸ ਸਮੇਂ ਜੋ ਹੋ ਰਹੇ ਨੇ, ਪਰ ਇਹਨਾਂ ਪ੍ਰਦਰਸ਼ਨਾਂ ਦਾ ਅਸਰ ਹੁੰਦਾ ਹੋਇਆ ਵੀ ਦਿਖਾਈ ਜ਼ਰੂਰ ਦੇ ਰਿਹਾ ਹੈ। ਕੈਨੇਡਾ ਭਰ ਵਿੱਚ ਵੱਖੋ-ਵੱਖਰੇ ਸ਼ਹਿਰਾਂ ਦੇ ਅੰਦਰ ਇਹ ਪ੍ਰਦਰਸ਼ਨ ਵੱਡੇ ਪੱਧਰ ਦੇ ਉੱਤੇ ਹੋ ਰਹੇ ਨੇ। ਓਟਵਾ ਦੇ ਵਿੱਚ ਜਿਵੇਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ ਤੇ ਜਿੱਥੇ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਘੁੰਮ ਕੇ ਪੁਲਿਸ ਅਧਿਕਾਰੀ ਸਾਰਾ ਜਾਇਜ਼ਾ ਵੀ ਲੈ ਰਹੇ ਨੇ ਕਿ ਕਿਸ ਤਰ੍ਹਾਂ, ਕਿੰਨੀ ਗਿਣਤੀ ਦੇ ਵਿੱਚ ਵਿਅਕਤੀ ਮੌਜੂਦ ਨੇ ਤੇ ਕਿਸ ਤਰ੍ਹਾਂ ਉਹ ਰਹਿ ਰਹੇ ਨੇ। ਤੇ ਇਸੇ ਨੂੰ ਲੈ ਕੇ ਓਟਵਾ ਤੋਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੋ ਟਰੱਕ ਮੌਜੂਦ ਨੇ ਉਹਨਾਂ ਦੇ ਵਿੱਚ ਪਰਿਵਾਰ ਵੀ ਨੇ ਜੋ ਕਿ ਉੱਥੇ ਹੀ ਰਹਿ ਰਹੇ ਨੇ, ਜਿਸ ਦੇ ਵਿੱਚ ਓਟਵਾ ਪੁਲਿਸ ਨੇ ਦੱਸਿਆ ਕਿ 100 ਦੇ ਕਰੀਬ ਅਜਿਹੇ ਟਰੱਕ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਛੋਟੇ ਨਾਲ ਰਹਿ ਰਹੇ ਨੇ ਜੋ ਕਿ ਪ੍ਰਦਰਸ਼ਨ ਦੇ ਵਿੱਚ ਆਏ ਹੋਏ ਨੇ। ਇਸ ਪ੍ਰਦਰਸ਼ਨ ਵਿੱਚ ਹਰ ਉਮਰ ਵਰਗ ਦੇ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਜਿਨ੍ਹਾਂ ਦੇ ਵੱਲੋਂ ਲਗਾਤਾਰ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਤੇ ਇਸ ਦੇ ਨਾਲ ਹੀ ਜੋ ਉਹਨਾਂ ਨੂੰ ਆਪਣੇ ਟਰੱਕਾਂ ਦੇ ਵਾਸਤੇ ਤੇ ਉੱਥੇ ਭੋਜਨ ਤਿਆਰ ਕਰਨ ਦੇ ਵਾਸਤੇ ਜਿਵੇਂ ਕਿ ਤੇਲ ਤੇ ਹੋਰ ਚੀਜ਼ਾਂ ਦੀ ਲੋੜ ਹੁੰਦੀ ਹੈ, ਤਾਂ ਉਸ ਨੂੰ ਲੈ ਕੇ ਅਧਿਕਾਰੀਆਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਤੇਲ ਦੀਆਂ ਪੀਪੀਆਂ ਜ਼ਬਤ ਵੀ ਕੀਤੀਆਂ ਗਈਆਂ ਨੇ, ਜੋ ਕਿ ਕੈਨ ਨੇ ਤੇਲ ਦੇ, ਉਹਨਾਂ ਨੂੰ ਜ਼ਬਤ ਕੀਤਾ ਗਿਆ, ਜਿਸ ਦਾ ਵਿਰੋਧ ਵੀ ਕੀਤਾ ਗਿਆ। ਪਰ ਇਸ ਦੌਰਾਨ ਇਹ ਪ੍ਰਦਰਸ਼ਨ ਫੇਰ ਵੀ ਜਾਰੀ ਹੈ, ਜਿੱਥੇ ਕਿ ਓਟਵਾ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿੰਨੀ ਵੱਡੀ ਗਿਣਤੀ ਵਿੱਚ ਉੱਥੇ ਵਿਅਕਤੀ ਪਹੁੰਚੇ ਹੋਏ ਨੇ ਤੇ ਪ੍ਰਦਰਸ਼ਨ ਹੋ ਰਿਹਾ ਹੈ, ਉਹਨਾਂ ਨੂੰ ਹੋਰ ਜ਼ਿਆਦਾ ਪੁਲਿਸ ਵਾਲਿਆਂ ਦੀ ਲੋੜ ਹੈ। ਤਾਂ ਦੂਜੇ ਪਾਸੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕਰਵਾਇਆ ਜਾ ਰਿਹਾ ਹੈ, ਉਹਨਾਂ ਦੇ ਵੱਲੋਂ ਦੇਸ਼ ਭਰ ਦੇ ਵਿੱਚ ਸੱਦਾ ਦਿੱਤਾ ਗਿਆ ਕਿ ਜਿੰਨੇ ਵੀ ਵਿਅਕਤੀ ਹੋ ਸਕਦੇ ਨੇ ਉਹ ਗੱਡੀਆਂ ਲੈ ਕੇ ਜਾਂ ਜਿਹੜੇ ਵੀ ਵਾਹਨ ਉਹਨਾਂ ਦੇ ਕੋਲ ਮੌਜੂਦ ਨੇ ਉਹ ਲੈ ਕੇ ਓਟਵਾ ਵੱਲ ਨੂੰ ਕੂਚ ਕਰਨ ਤੇ ਓਟਵਾ ਦੇ ਵਿੱਚ ਪਹੁੰਚ ਜਾਣ। ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਵੇਂ ਕੱਲ ਜੋ ਬਿਆਨ ਦਿੱਤਾ ਸੀ, ਤੁਹਾਨੂੰ ਪਹਿਲਾਂ ਹੀ ਸੁਣਾਇਆ ਸੀ ਕਿ ਉਹ ਇੱਥੇ ਤੱਕ ਕਹਿ ਚੁੱਕੇ ਨੇ ਕਿ ਇਸ ਪ੍ਰਦਰਸ਼ਨ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ, ਪਰ ਫਿਲਹਾਲ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਉਸ ਪ੍ਰਦਰਸ਼ਨ ਨੂੰ ਉਦੋਂ ਤੱਕ ਬੰਦ ਨਹੀਂ ਕਰਨਗੇ ਜਦੋਂ ਤੱਕ ਜੋ ਸਿਹਤ ਸੰਬੰਧੀ ਹਦਾਇਤਾਂ ਨੇ ਉਹਨਾਂ ਨੂੰ ਹਟਾ ਨਹੀਂ ਦਿੱਤਾ ਜਾਂਦਾ। ਇਸ ਸਮੇਂ ਜਿਹੜੀਆਂ ਹਦਾਇਤਾਂ ਹਟਾਈਆਂ ਵੀ ਜਾ ਰਹੀਆਂ ਨੇ ਉਹ ਸੂਬੇ ਆਪੋ ਆਪਣੇ ਪੱਧਰ ਦੇ ਉੱਤੇ ਫੈਸਲੇ ਲੈ ਰਹੇ ਨੇ ਹਦਾਇਤਾਂ ਨੂੰ ਹਟਾਉਣ ਦੇ, ਨਾ ਕਿ ਕੈਨੇਡਾ ਸਰਕਾਰ। ਕੈਨੇਡਾ ਸਰਕਾਰ ਵੱਲੋਂ ਹਦਾਇਤਾਂ ਨੂੰ ਹਟਾਉਣ ਦੇ ਵਾਸਤੇ ਹਜੇ ਕੋਈ ਵੀ ਸੰਕੇਤ ਨਹੀਂ ਦਿੱਤਾ ਗਿਆ। ਤਾਂ ਦੂਜੇ ਪਾਸੇ 에ਅਰਲਾਈਨਸ ਦੇ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਸਾਫ਼ ਕੀਤਾ ਜਾਵੇ ਕਿ ਕਦੋਂ ਤੱਕ ਇਹ ਹਦਾਇਤਾਂ ਪੂਰੀ ਤਰ੍ਹਾਂ ਹਟਾਈਆਂ ਜਾਣਗੀਆਂ ਤਾਂ ਕਿ ਟਰੈਵਲ ਦੇ ਉੱਤੇ ਜੋ ਪ੍ਰਭਾਵ ਪੈ ਰਿਹਾ ਹੈ ਉਸ ਨੂੰ ਹਟਾਇਆ ਜਾ ਸਕੇ ਤੇ ਉਹਨਾਂ ਦਾ ਕੰਮ ਮੁੜ ਤੋਂ ਉਸੇ ਤਰ੍ਹਾਂ ਚੱਲ ਸਕੇ। ਅੱਗੇ ਜਿਵੇਂ ਕਿ ਇਸ ਸਮੇਂ ਸੈਸ਼ਨ ਚੱਲ ਰਿਹਾ ਜੋ ਪਾਰਲੀਮੈਂਟ ਦਾ, ਉਸ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੂੰ ਬੈਕਲੌਗ ਦੇ ਮੁੱਦੇ ਦੇ ਉੱਤੇ ਦੁਬਾਰਾ ਘੇਰਿਆ ਗਿਆ, ਖਾਸ ਤੌਰ ਦੇ ਉੱਤੇ ਜੋ ਵਰਕ ਪਰਮਿਟ ਜਿਨ੍ਹਾਂ ਨੇ ਅਪਲਾਈ ਕੀਤੇ ਹੋਏ ਨੇ ਲੰਬੇ ਚਿਰ ਤੋਂ ਉਡੀਕ ਕਰ ਰਹੇ ਨੇ, ਤੇ ਖਾਸ ਤੌਰ ਦੇ ਉੱਤੇ ਜੋ ਇਸ ਸਮੇਂ ਕੋਈ ਹੋਰ ਐਕਸਪ੍ਰੈਸ ਐਂਟਰੀ ਦਾ ਡਰਾਅ ਨਹੀਂ ਕੱਢਿਆ ਜਾ ਰਿਹਾ, ਉਸ ਦੇ ਬਾਰੇ ਵੀ ਸਵਾਲ ਪੁੱਛਿਆ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਜਸਰਾਜ ਸਿੰਘ ਹੱਲੜ ਨੇ ਪੁੱਛਿਆ ਕਿ ਜੋ ਇਹ ਡਰਾਅ ਨਹੀਂ ਕੱਢਿਆ ਜਾ ਰਿਹਾ ਕੋਈ ਹੋਰ ਐਕਸਪ੍ਰੈਸ ਐਂਟਰੀ ਦਾ, ਉਸਦੇ ਕਰਕੇ ਕਈ ਕਾਫੀ ਜ਼ਿਆਦਾ ਲੰਬੇ ਚਿਰ ਤੋਂ ਉਡੀਕ ਕਰ ਰਹੇ ਨੇ ਤੇ ਬਾਰ-ਬਾਰ ਸਵਾਲ ਪੁੱਛਦੇ ਨੇ ਜਿਨ੍ਹਾਂ ਨੂੰ ਕੋਈ ਜਵਾਬ ਵੀ ਨਹੀਂ ਮਿਲ ਰਿਹਾ। ਤੇ ਇਸ ਉੱਤੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਕਹਿਣਾ ਹੈ ਕਿ ਇਸ ਸਮੇਂ ਜਿਹੜਾ ਪ੍ਰਕਿਰਿਆ ਦੇ ਉੱਤੇ ਵੀ ਕੰਮ ਹੋ ਰਿਹਾ ਹੈ, ਜੋ ਐਲਾਨ ਕੀਤੇ ਗਏ ਨੇ ਉਸ ਮੁਤਾਬਕ ਕੰਮ ਹੋ ਰਿਹਾ ਹੈ। ਤੇ ਹੋਰ ਕਿਹੜੀਆਂ ਗੱਲਾਂ ਕਹੀਆਂ ਨੇ ਉਹ ਤੁਹਾਨੂੰ ਸੁਣਾਉਂਦੇ ਹਾਂ। Applicants for the Federal Skilled Worker Program are not being invited to apply under the express entry, even though foreign work permits, study permits, and temporary resident visas continue to be processed. This is adding to the pain of the families who remain separated, a labour shortage that is hurting Canadian businesses, and refugees who remain stranded, feeling hopeless. Will the minister stop patting himself on the back for a job well failed and apologise to the hardships his government has caused to the nearly 2 million applicants stuck in the mismanagement of this Liberal-made backlog? The Honourable Minister. Mr. Speaker, with respect
to the honourable member and what I would say is a ginned up question and theatrical performance. Our focus throughout this pandemic has been to use the immigration system to continue to meet the needs of the Canadian economy. At a time when our borders were closed to protect the public's health, we pivoted to a strategy that started welcoming more people who were already inside Canada so our businesses could rely on access to the talent that they need to succeed. And what is the result, Mr. Speaker? 107% of the jobs that were lost during the pandemic have now been recovered, compared to only 82% in the United States. Mr. Speaker, we will continue to leverage immigration to fill the needs of our economy, and I hope that member will work with me to achieve that outcome. The honourable member for ਇੱਥੇ ਨਾ ਸਿਰਫ ਲੋਕ ਸਭਾ ਮੈਂਬਰ ਜਸਰਾਜ ਸਿੰਘ ਹੱਲਣ ਸਗੋਂ 2 ਹੋਰ ਲੋਕ ਸਭਾ ਮੈਂਬਰਾਂ ਦੇ ਵੱਲੋਂ ਸਵਾਲ ਪੁੱਛੇ ਗਏ ਪਾਰਲੀਮੈਂਟ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਨੂੰ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਦਫ਼ਤਰਾਂ ਵਿੱਚ ਨਿੱਤ ਵੱਡੀ ਗਿਣਤੀ ਲੋਕ ਆਉਂਦੇ ਨੇ ਜਿਹੜੇ ਕਿ ਸਵਾਲ ਪੁੱਛਦੇ ਨੇ ਕਿ ਉਹਨਾਂ ਦੀ ਫਾਈਲਾਂ ਦੀ ਪ੍ਰਕਿਰਿਆ ਅੱਗੇ ਕਿਉਂ ਨਹੀਂ ਵਧ ਰਹੀ, ਜੋ ਇਸ ਸਮੇਂ ਵੱਖੋ ਵੱਖਰੇ ਪੱਧਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਵੀ ਪੀਆਰ ਦੀਆਂ ਫਾਈਲਾਂ ਜੋ ਲਗਾਈਆਂ ਜਾਂਦੀਆਂ ਨੇ ਉਸਦੇ ਵਾਸਤੇ ਵੀ ਉਹਨਾਂ ਨੂੰ ਲੰਮਾ ਚਿਰ ਜਵਾਬ ਨਹੀਂ ਆਉਂਦਾ ਤੇ ਜਿਹੜਾ ਬੈਕਲੌਗ ਪਿਆ ਹੈ ਉਸ ਸੰਬੰਧੀ ਲਿਬਰਲ ਸਰਕਾਰ ਦੇ ਵੱਲੋਂ ਤੇਜ਼ੀ ਨਾਲ ਸਖਤ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ, ਇਸ ਸੰਬੰਧੀ ਸਵਾਲ ਪੁੱਛੇ ਗਏ ਨੇ। ਇਮੀਗ੍ਰੇਸ਼ਨ ਮੰਤਰੀ ਨੇ ਇਸ ਉੱਤੇ ਕੀ ਜਵਾਬ ਦਿੱਤਾ ਤੇ ਕੀ ਨੇ ਇਹ ਸਵਾਲ, ਉਹ ਤੁਹਾਨੂੰ ਹੁਣ ਸੁਣਾਉਂਦੇ ਹਾਂ। Almost 2 million applications that haven't been processed. This has led to processing times of more than 2 years, and the applicants are running out of time. These delays are costly and highly stressful, not only to the people applying, but their many workplaces too. We had a great reputation as a country for international students and those seeking citizenship and permanent residency. What is this government doing right now to stop victimizing some of the world's most vulnerable? good question. The honourable minister. Mr. Speaker, the honourable member's question is rather timely, given that Monday of last week I announced details of the $85 million that was set aside in the recent economic and fiscal update to address processing capacity within the department. The money that we're going to be investing is going to improve processing times for work permits, for study permits, for permanent residency cards, to improve the timelines for temporary visitors coming, to allow a quicker processing of proof of citizenship, and new measures that are going to be coming online in the months ahead that will allow individual applicants to access information about their file in a digital means. Mr. Speaker, the future looks bright when it comes to immigration in Canada, and The honourable member for Brantford Brant. Mr. Speaker, Immigration Canada faces an unprecedented backlog under this Liberal government. Nearly 2 million applications are in the queue. My office receives dozens of calls every week. During a time of catastrophic labour shortages, thousands of foreign workers and Canadian employers are waiting years to get their applications processed. When will this government fix this Liberal-made immigration system and clear its historic backlog? The honourable minister. Mr. Speaker, the honourable member's outrage is manufactured at best. The reality of the situation is that the pandemic caused unprecedented pressures on our immigration system because we were trying to welcome a record number of newcomers at a time when our border was closed to protect the public's health and well-being against the spread of COVID-19 in our communities. By pivoting to an internal strategy to process more people, we were able to resettle more than 400,000 new permanent residents, an all-time record in Canada. Going forward, we're going to continue to make the investments necessary so newcomers can arrive in Canada and make the kind of contributions they've been making to our economy and our communities for generations. ਤਾਂ ਉਧਰ ਹੁਣ ਓਨਟਾਰੀਓ ਦੇ ਵਿੱਚ ਗਰੋਸਰੀ ਸਟੋਰਸ ਦੇ ਉੱਤੇ ਰੈਪਿਡ ਟੈਸਟ ਕਿੱਟ ਮਿਲਿਆ ਕਰਨਗੇ, ਜਿਸ ਦੇ ਬਾਰੇ ਕੱਲ ਨੂੰ ਓਨਟਾਰੀਓ ਸਰਕਾਰ ਅਧਿਕਾਰਤ ਤੌਰ ਦੇ ਉੱਤੇ ਐਲਾਨ ਕਰਨ ਜਾ ਰਹੀ ਹੈ। ਓਨਟਾਰੀਓ ਸਰਕਾਰ ਦੇ ਵੱਲੋਂ ਛੇਤੀ ਹੀ ਐਲਾਨ ਕੀਤਾ ਜਾ ਰਿਹਾ ਹੈ ਕਿ ਰੈਪਿਡ ਟੈਸਟ ਕਿੱਟ ਗਰੋਸਰੀ ਸਟੋਰਸ ਦੇ ਉੱਤੇ ਮੁਫਤ ਵਿੱਚ ਸੂਬੇ ਭਰ ਵਿੱਚ ਦਿੱਤੇ ਜਾਣਗੇ, ਜਿਸ ਦੇ ਬਾਰੇ ਜਾਣਕਾਰੀ ਓਨਟਾਰੀਓ ਸਰਕਾਰ ਦੇ ਵੱਲੋਂ ਛੇਤੀ ਹੀ ਐਲਾਨੀ ਜਾ ਰਹੀ ਹੈ, ਜਿਸ ਦੇ ਵਿੱਚ ਕਰੀਬ 5 ਮਿਲੀਅਨ ਰੈਪਿਡ ਟੈਸਟ ਕਿੱਟ ਹੋਣਗੇ ਜੋ ਕਿ ਹਰ ਹਫ਼ਤੇ ਦਿੱਤੇ ਜਾਣਗੇ, ਯਾਨੀ ਕਿ ਹਰ ਹਫ਼ਤੇ 50 ਲੱਖ ਰੈਪਿਡ ਟੈਸਟ ਕਿੱਟ ਗਰੋਸਰੀ ਸਟੋਰਸ ਨੂੰ ਦਿੱਤੇ ਜਾਣਗੇ, ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਹਰ ਇੱਕ ਪਰਿਵਾਰ ਜੋ ਗਰੋਸਰੀ ਸਟੋਰ ਵਿੱਚ ਆਵੇਗਾ, ਹਰ ਇੱਕ ਪਰਿਵਾਰ ਨੂੰ ਇੱਕ ਕਿੱਟ ਦਿੱਤੀ ਜਾਵੇਗੀ, ਜਿਸ ਦੇ ਵਿੱਚ 5 ਰੈਪਿਡ ਟੈਸਟ ਹੁੰਦੇ ਨੇ ਜੋ ਕਿ ਆਪਣੇ ਘਰ ਦੇ ਵਿੱਚ ਟੈਸਟ ਕਰ ਸਕਣਗੇ ਤਾਂ ਕਿ ਛੇਤੀ ਨਾਲ ਇਹ ਪਤਾ ਲੱਗ ਸਕੇ ਕਿ ਕਿੰਨੀ ਜ਼ਿਆਦਾ ਗਿਣਤੀ ਵਿੱਚ ਅਜਿਹੇ ਵਿਅਕਤੀ ਵੀ ਮੌਜੂਦ ਨੇ ਜੋ ਕਿ ਬਿਮਾਰ ਨੇ ਪਰ ਉਸ ਦੇ ਬਾਰੇ ਪਤਾ ਨਹੀਂ ਲੱਗਦਾ, ਤੇ ਇਸ ਦੇ ਬਾਰੇ ਬੁੱਧਵਾਰ ਨੂੰ ਅਧਿਕਾਰਤ ਤੌਰ ਦੇ ਉੱਤੇ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਕਦਮ ਦਰ ਕਦਮ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੇ ਬਾਰੇ ਵੀ ਛੇਤੀ ਹੀ ਐਲਾਨ ਕੀਤੇ ਜਾਣ ਦੇ ਬਾਰੇ ਦੱਸਿਆ ਗਿਆ ਹੈ। ਓਨਟਾਰੀਓ ਨੂੰ 80 ਮਿਲੀਅਨ ਰੈਪਿਡ ਟੈਸਟ ਕਿੱਟ ਹੁਣ ਤੱਕ ਮਿਲ ਚੁੱਕੇ ਨੇ, ਜਿਸ ਦੇ ਵਿੱਚੋਂ 75 ਮਿਲੀਅਨ ਵੱਖੋ ਵੱਖਰੇ ਅਦਾਰਿਆਂ ਵਿੱਚ ਵੰਡੇ ਵੀ ਜਾ ਚੁੱਕੇ ਨੇ।
ਤਾਂ ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗੇ। ਜੋ ਭਾਰਤੀ ਹਾਈ ਕਮਿਸ਼ਨ ਨੇ ਓਟਵਾ ਦੇ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਜੋ ਕੈਨੇਡਾ 'ਚ ਇਸ ਸਮੇਂ ਭਾਰਤੀ ਨਾਗਰਿਕ ਮੌਜੂਦ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਚੌਕਸ ਰਹਿਣ। ਜੋ ਇਸ ਸਮੇਂ ਪ੍ਰਦਰਸ਼ਨ ਹੋ ਰਹੇ ਨੇ ਉਸੇ ਕਰਕੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਖੇਤਰਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਇਹ ਸਲਾਹ ਦਿੱਤੀ ਗਈ ਹੈ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ, ਜੋ ਓਟਵਾ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਭਾਰਤੀ ਨਾਗਰਿਕਾਂ ਨੂੰ ਜਿਹੜੇ ਇਸ ਸਮੇਂ ਕੈਨੇਡਾ ਵਿੱਚ ਮੌਜੂਦ ਨੇ ਉਹਨਾਂ ਨੂੰ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਥੇ ਮੌਜੂਦ ਭਾਰਤੀ ਨਾਗਰਿਕਾਂ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੀਆਂ ਹਦਾਇਤਾਂ ਦੇ ਖਿਲਾਫ ਜੋ ਇਹ ਪ੍ਰਦਰਸ਼ਨ ਹੋ ਰਹੇ ਨੇ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ, ਜਿਸ ਦੇ ਵਿੱਚ ਜਿਵੇਂ ਕਿ ਓਟਵਾ ਦੇ ਵਿੱਚ ਐਮਰਜੈਂਸੀ ਦਾ ਵੀ ਐਲਾਨ ਕੀਤਾ ਗਿਆ ਹੈ, ਤਾਂ ਅਜਿਹੀਆਂ ਥਾਵਾਂ ਦੇ ਉੱਤੇ ਭਾਰਤੀ ਨਾਗਰਿਕ ਜਾਣ ਤੋਂ ਪਹਿਲਾਂ ਚੌਕਸ ਰਹਿਣ। ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਵੇਂ ਟੋਰਾਂਟੋ ਤੇ ਹੋਰ ਸ਼ਹਿਰਾਂ ਦੇ ਵਿੱਚ ਟਰੱਕ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਨੇ ਤੇ ਇਸ ਥਾਂ ਦੇ ਉੱਤੇ ਜੋ ਭਾਰਤੀ ਨੇ ਉਹ ਆਪਣਾ ਧਿਆਨ ਰੱਖਣ। ਜਿਸ ਨੂੰ ਲੈ ਕੇ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਹਿੱਸੇ ਜਿੱਥੇ ਕਿ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਆਉਣ ਤੋਂ ਗੁਰੇਜ਼ ਹੀ ਕੀਤਾ ਜਾਵੇ। ਜੋ ਭਾਰਤੀ ਨਾਗਰਿਕਾਂ ਦੇ ਵਾਸਤੇ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਓਟਵਾ ਦੇ ਵਿੱਚ ਜੋ ਭਾਰਤੀ ਹਾਈ ਕਮਿਸ਼ਨ ਹੈ ਉਹਨਾਂ ਨੇ ਇਸ ਚੇਤਾਵਨੀ ਨੂੰ ਜਾਰੀ ਕਰਦੇ ਹੋਏ ਟਵਿੱਟਰ ਦੇ ਉੱਤੇ ਵੀ ਟਵੀਟ ਕੀਤਾ ਹੈ ਤੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਹੋਰ ਪੋਸਟ ਪਾਏ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਸਵੇਰੇ ਇੱਕ ਟੂਲ ਵੀ ਜਾਰੀ ਕੀਤਾ ਹੈ, ਜਿਸ ਦੇ ਵਿੱਚ ਜੋ ਆਪਣੀ ਫਾਈਲ ਦੇ ਸਟੇਟਸ ਨੂੰ ਟਰੈਕ ਕੀਤਾ ਜਾ ਸਕੇਗਾ। ਜਿਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਜੋ ਪੂਰੀ ਜਾਣਕਾਰੀ ਦਿੱਤੀ ਹੈ, ਅਸੀਂ PNCN ਦੇ ਉੱਤੇ ਪਹਿਲਾਂ ਇੱਕ ਰਿਪੋਰਟ ਵੀ ਸਾਂਝੀ ਕਰ ਚੁੱਕੇ ਹਾਂ। ਉਸ ਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਦੇਵਾਂਗੇ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਟੂਲ ਹੈ, ਕਿਵੇਂ ਇਸ ਦੀ ਵਰਤੋਂ ਕੀਤੀ ਜਾਣੀ ਹੈ। ਤੇ ਫਿਲਹਾਲ ਸੀਮਤ ਤੌਰ ਦੇ ਉੱਤੇ ਹੀ ਇਹ ਸਰਵਿਸ ਹੋਵੇਗੀ ਕਿ ਇਹ ਟੂਲ ਫਿਲਹਾਲ ਉਹਨਾਂ ਦੇ ਲਈ ਹੀ ਜਾਰੀ ਕੀਤਾ ਗਿਆ ਜਿਨ੍ਹਾਂ ਨੇ ਫੈਮਿਲੀ ਸਪਾਂਸਰਸ਼ਿਪ ਦੇ ਵਿੱਚ ਫਾਈਲਾਂ ਲਾਈਆਂ ਹੋਈਆਂ ਨੇ, ਜਿਵੇਂ ਕਿ ਪਤੀ ਜਾਂ ਪਤਨੀ ਦੀ PR ਦੀ ਫਾਈਲ ਲਗਾਈ ਹੋਈ ਹੈ, ਜਾਂ ਫਿਰ ਜੋ ਨਿਰਭਰ ਕਰਦੇ ਨੇ ਡਿਪੈਂਡੈਂਟ ਬੱਚੇ ਨੇ ਉਹਨਾਂ ਦੀਆਂ PR ਦੇ ਲਈ ਫਾਈਲਾਂ ਲਾਈਆਂ ਹੋਈਆਂ ਨੇ ਤੇ ਉਹ ਇਸ ਸਮੇਂ ਜਵਾਬ ਦੀ ਉਡੀਕ ਕਰ ਰਹੇ ਨੇ। ਫਾਈਲ ਦੇ ਸਟੇਟਸ ਨੂੰ ਚੈੱਕ ਕੀਤਾ ਜਾ ਸਕਦਾ ਹੈ ਉਸ ਟੂਲ ਦੇ ਰਾਹੀਂ, ਜਿਸ ਦੇ ਬਾਰੇ ਇਸ ਰਿਪੋਰਟ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।